हेलो स्टूडेंट, ਅੱਜ ਦਾ ਆਪਣਾ ਟੌਪਿਕ ਜਿਹੜਾ ਹੈ ਉਹ ਅਮਲਗਾਮੇਸ਼ਨ ਆਪਾਂ ਟੌਪਿਕ ਜਿਹੜਾ ਸ਼ੁਰੂ ਕੀਤਾ ਹੋਇਆ ਸੀ ਉਸ ਟੌਪਿਕ ਦੇ ਪ੍ਰੈਕਟੀਕਲ ਐਸਪੈਕਟ ਨੂੰ ਆਪਾਂ ਦੇਖਣ ਜਾ ਰਹੇ ਹਾਂ। ਉਸ ਤੋਂ ਪਹਿਲੇ ਆਪਾਂ ਅਮਲਗਾਮੇਸ਼ਨ ਇਨ ਦਾ ਨੇਚਰ ਆਫ ਮਰਜਰ, ਅਮਲਗਾਮੇਸ਼ਨ ਇਨ ਦਾ ਨੇਚਰ ਆਫ ਪਰਚੇਜ਼ ਕੀ ਹੁੰਦਾ ਹੈ, ਡਿਫਰੈਂਸ ਉਹਨਾਂ ਦਾ ਕੀ ਹੈ, ਕਿਹੜੀਆਂ ਸ਼ਰਤਾਂ ਨੇ, ਅਮਲਗਾਮੇਸ਼ਨ ਨਾਲ ਰਿਲੇਟਡ ਆਪਾਂ ਪਰਚੇਜ਼ ਕੰਸੀਡਰੇਸ਼ਨ ਦੀ ਗੱਲ ਕੀਤੀ। ਇਹ ਚੀਜ਼ਾਂ ਆਪਾਂ ਪਹਿਲੇ ਡਿਸਕਸ ਕਰ ਚੁੱਕੇ ਹਾਂ। ਹੁਣ ਆਪਾਂ ਅਕਾਊਂਟਿੰਗ ਟ੍ਰੀਟਮੈਂਟ ਦੀ ਗੱਲ ਕਰਾਂਗੇ। ਅਕਾਊਂਟਿੰਗ ਟ੍ਰੀਟਮੈਂਟ ਤੇ ਗੱਲ ਕਰਨ ਲੱਗੇ ਹਾਂ, ਸਾਡੇ ਦਿਮਾਗ ਚ ਆਉਂਦਾ ਵੀ ਜਦੋਂ ਕੰਪਨੀ ਇੱਕ ਕੰਪਨੀ ਖਰੀਦ ਰਹੀ ਹੈ, ਇੱਕ ਕੰਪਨੀ ਵੇਚ ਰਹੀ ਹੈ, ਤਾਂ देयर इज अ परचेजर एंड सेलर, परचेजिंग कंपनी एंड सेलिंग कंपनी। ठीक है, ਇਹਨਾਂ ਨੂੰ ਇਹਨਾਂ ਦੀ ਟਰਮ ਕੀ ਯੂਜ਼ ਹੁੰਦੀਆਂ ਹੈ, ਨੇਮ ਕੀ ਕਹਿੰਦੇ ਇਹਨਾਂ ਨੂੰ। ਠੀਕ ਹੈ, ਇਹ ਸਾਰਾ ਕੁਝ ਅਸੀਂ ਅੱਗੋਂ ਡਿਸਕਸ ਕਰਾਂਗੇ। ਯੈਸ, ਸਲਾਈਡ ਸ਼ੇਅਰ ਸ਼ੁਰੂ ਕੀਤਾ ਮੈਂ ਤੁਹਾਡੇ ਨਾਲ। Yes, parties to amalgamations. First party is acquiree. Acquiree is the company who sells its business to other company. Yani acquiree is the selling company, known as acquirer. ਜਿਹੜੀ ਖਰੀਦ ਰਹੀ ਆ ਉਹਨੂੰ acquirer ਕਹਿੰਦੇ ਆ। Sells its business to the other company known as acquirer. yani selling company acquiree है और purchasing company acquirer है। The acquiree company also known as transferor company, ਜਿਹੜੀ business ਨੂੰ transfer ਕਰ ਰਹੀ ਹੈ ਉਹ company। ਇੱਧਰ transferor word ਹੈ, ਇੱਧਰ acquiree word ਹੈ। acquiree is the selling company known as transferor company, and acquirer is the company which company that purchases the business of other company। acquirer ਉਹ ਹੈ ਜਿਹਨੇ ਦੂਜੀ ਕੰਪਨੀ ਦਾ business purchase ਕੀਤਾ ਹੈ। and known other company known as acquiree, ਉਹ company ਜਿਹੜੀ ਜਿਹਨੂੰ ਅਸੀਂ acquiree ਕਹਿੰਦੇ ਹਾਂ। the acquirer company is also known as transferring company। ਇੱਥੇ ਮਿਸਪ੍ਰਿੰਟ ਹੋ ਗਿਆ, acquirer ਲਿਖਣਾ ਸੀ। acquirer company is also known as transferring company। acquiree known as transferer company and acquirer known as transferring company। ਅਕਾਊਂਟਿੰਗ ਟ੍ਰੀਟਮੈਂਟ ਅਸੀਂ ਕਿੱਦਾਂ ਕਰਦੇ ਹਾਂ? ਅਕਾਊਂਟਿੰਗ ਟ੍ਰੀਟਮੈਂਟ ਦਾ ਸਭ ਤੋਂ ਪਹਿਲੇ ਸੈਲਿੰਗ ਕੰਪਨੀ ਦੀਆਂ ਅਸੀਂ ਬੁੱਕਸ ਜਿਹੜੀਆਂ ਉਹ ਕਿੱਦਾਂ ਕਲੋਜ਼ ਕਰਾਂਗੇ। ਸੈਲਿੰਗ ਕੰਪਨੀ ਜਿਹੜੀ ਹੈ ਉਹ ਆਪਣੇ ਬਿਜ਼ਨਸ ਨੂੰ ਸੇਲ ਕਰ ਰਹੀ ਹੈ, ਯਾਨੀ ਉਹਨੇ ਅਕਾਊਂਟਸ ਦੀਆਂ ਬੁੱਕਸ ਕਲੋਜ਼ ਕਰਨੀਆਂ। ਪਰਚੇਜ਼ਿੰਗ ਕੰਪਨੀ ਨੇ ਬੁੱਕਸ ਕਲੋਜ਼ ਨਹੀਂ ਕਰਨੀਆਂ, ਉਹਨੇ ਬੁੱਕਸ ਅੱਗੇ ਕੰਟੀਨਿਊ ਕਰਨੀਆਂ, ਪਰ ਸੈਲਿੰਗ ਕੰਪਨੀ ਨੇ ਬੁੱਕਸ ਕਲੋਜ਼ ਕਰਨੀਆਂ। ਬੁੱਕਸ ਕਲੋਜ਼ ਕਰਨ ਦਾ ਮਤਲਬ ਉਹਨੇ ਆਪਣੀ ਸਾਰੀ ਬੈਲੈਂਸ ਸ਼ੀਟ ਦੀਆਂ ਆਈਟਮਸ ਦੇ ਲੈਜਰ ਅਕਾਊਂਟ ਕਲੋਜ਼ ਕਰਨੇ ਆ। ਸਟੈਪ ਬਾय ਸਟੈਪ ਅਸੀਂ ਕਰਾਂਗੇ। ਕੀ ਕਹਿੰਦੇ ਤੁਹਾਡੀ ਬੁੱਕ ਦੇ ਵਿੱਚ ਅਕਾਊਂਟਿੰਗ ਐਂਟਰੀਜ਼ ਨਾਲ ਲਿਖਿਆ ਜੋ ਮਟੀਰੀਅਲ। accounting entries in the books of acquiree, that is company being amalgamated, the books of the company being wound up will be closed in the same way as the books of partnership firm being dissolved। जिस तरह ਆਪਾਂ partnership firm dissolution of partnership ਦੇ ਵਿੱਚ partnership firm ਨੂੰ dissolve ਕਰਦੇ ਹੋਏ entries ਪਾ ਰਹੇ ਸੀ, ਸੇਮ ਉਸੇ ਤਰ੍ਹਾਂ entries ਹੈ, ਪਰ ਇੱਥੇ ਕੰਪਨੀ dissolve ਹੋ ਰਹੀ ਹੈ ਤਾਂ ਕੰਪਨੀ ਦੇ ਐਂਗਲ ਤੋਂ ਕੁਝ ਐਸਪੈਕਟ ਦੇਖਣੇ ਪੈਣਗੇ ਸਾਨੂੰ। For transferring assets taken over by the acquirer company, purchasing company ने assets ਜਿਹੜੀਆਂ ਟੇਕ ਓਵਰ ਕੀਤੀਆਂ ਉਹਨਾਂ ਨੂੰ ਟ੍ਰਾਂਸਫਰ ਕਰਾਂਗੇ ਆਪਾਂ ਰਿਲੇਸ਼ਨ ਅਕਾਊਂਟ। ਜਿਹੜੀਆਂ ਐਸੈਟਸ ਨਹੀਂ ਟੇਕ ਓਵਰ ਕੀਤੀਆਂ ਉਹ ਅਲੱਗ ਤੋਂ ਸੇਲ ਹੋ ਸਕਦੀਆਂ, ਉਹਨਾਂ ਦਾ ਪ੍ਰੋਫਿਟ ਲਾਸ ਆਪਾਂ ਰਿਲੇਸ਼ਨ ਚ ਭੇਜ ਦਿਆਂਗੇ। ਪਰ ਜਿਹੜੀਆਂ ਐਸੈਟਸ ਟੇਕ ਓਵਰ ਕੀਤੀਆਂ ਉਹ ਸਿੱਧਾ ਰਿਲੇਸ਼ਨ ਅਕਾਊਂਟ ਚ ਜਾਣਗੀਆਂ। ਰਿਲੇਸ਼ਨ ਅਕਾਊਂਟ ਡੈਬਿਟ ਟੂ ਵੇਰੀਅਸ ਐਸੈਟਸ ਇੰਡੀਵਿਜੂਅਲੀ ਐਟ ਬੁੱਕ ਵੈਲਿਊ। ਐਟ ਬੁੱਕ ਵੈਲਿਊ ਲਿਖਣ ਦਾ ਮਤਲਬ ਅਗਰ ਕੁਐਸਚਨ ਦੇ ਵਿੱਚ ਨਵੀਂ ਵੈਲਿਊ ਦਿੱਤੀ ਵੀ ਹੋਈ ਹੈ ਪਰ ਤੁਸੀਂ ਤਾਂ ਆਪਣੀਆਂ ਬੁੱਕਸ ਕਲੋਜ਼ ਕਰਨੀਆਂ, ਤੁਹਾਡੀਆਂ ਬੁੱਕਸ ਦੇ ਵਿੱਚ ਆਲਰੇਡੀ ਵੈਲਿਊ ਜਿਹੜੀ ਐਗਜ਼ਿਸਟ ਕਰ ਰਹੀ ਹੈ ਉਹਨੂੰ ਹੀ ਕਲੋਜ਼ ਕਰੋਗੇ। ਠੀਕ ਹੈ, ਦੈਟ ਇਜ਼ ਬੁੱਕ ਵੈਲਿਊ। ਬੈਲੈਂਸ ਸ਼ੀਟ ਦੇ ਵਿੱਚ ਜੋ ਐਸੈਟਸ ਦੀ ਵੈਲਿਊ ਸ਼ੋ ਹੋ ਰਹੀ ਹੈ ਉਹ ਐਸੈਟਸ ਦੀ ਵੈਲਿਊ ਇੱਥੇ ਕਲੋਜ਼ ਕਰਾਂਗੇ। ਐਸੈਟ ਅਕਾਊਂਟ ਕ੍ਰੈਡਿਟ ਹੋ ਜਾਣਗੇ, ਆਲਰੇਡੀ ਡੈਬਿਟ ਸਟੈਂਡ ਕਰ ਰਹੇ ਆ, ਕ੍ਰੈਡਿਟ ਹੋ ਕੇ ਖਤਮ ਹੋ ਜਾਣਗੇ। ਨੋਟ assets which are not taken over by the purchasing company such as cash, bank balance will not be transferred to relation account। अगर कोई asset नहीं टेक ओवर की तो उन्होंने ट्रांसफर नहीं करना, पर जो बैंक बैलेंस या कैश टेक ओवर किया तो वो ट्रांसफर होएगा। Fictitious assets like preliminary expenses, discount or commission or expenses on issue of share or debentures, debit balance of surplus account are not transferred to relation account। all these are loss assets and loss assets should not be transferred, ठीक है, to relation account। assets on which some provisions has been made are to be transferred to relation account at their gross figures and provisions made should be transferred along with liabilities। अगर मान लो debtors से against provision show हो रही है बैलेंस शीट ਦੇ ਵਿੱਚ, debtors less provision for doubtful debt,
ਤਾਂ ਡੈਟਰ ਫੁੱਲ ਵੈਲਿਊ ਤੇ ਇੱਥੇ ਟ੍ਰਾਂਸਫਰ ਹੋਣਗੇ ਰਿਲੇਸ਼ਨ ਟੂ ਐਸਟ ਦੇ ਵਿੱਚ, ਔਰ ਪ੍ਰੋਵੀਜ਼ਨ ਜਿਹੜੀ ਹੈ ਲਾਇਬਿਲਿਟੀਜ਼ ਦੇ ਵਿੱਚ ਚਲੀ ਜਾਏਗੀ, ਜਿੱਥੇ ਆਪਾਂ ਅਗਲੀ ਐਂਟਰੀ ਦੇ ਵਿੱਚ ਆਪਾਂ ਲਾਇਬਿਲਿਟੀਜ਼ ਕਲੋਜ਼ ਕਰਾਂਗੇ ਉਹਦੇ ਵਿੱਚ ਪ੍ਰੋਵੀਜ਼ਨ ਵੀ ਲਵਾਂਗੇ। ਫॉर ट्रांसफरिंग लायबिलिटीज टेकन ओवर बाय द एक्वायरर कंपनी, ਇਸੇ ਤਰ੍ਹਾਂ ਲਾਇਬਿਲਿਟੀਜ਼ ਵੀ ਬੁੱਕ ਵੈਲਿਊ ਤੇ ਅਸੀਂ ਜਿਹੜੀਆਂ ਉਹਨੇ ਲਾਇਬਿਲਿਟੀਜ਼ ਟੇਕ ਓਵਰ ਕੀਤੀਆਂ ਉਹਨਾਂ ਦੀ ਅਸੀਂ ਕਲੋਜ਼ਿੰਗ ਕਰਾਂਗੇ। ਲਾਇਬਿਲਿਟੀਜ਼ ਡੈਬਿਟ ਟੂ ਰਿਲੇਸ਼ਨ ਅਕਾਊਂਟ ਬਾਕੀ ਵੀ ਕਲੋਜ਼ ਕਰਨੇ ਆ, ਪਰ ਜਿਹੜੇ ਸਪੈਸੀਫਿਕਲੀ ਟੇਕ ਓਵਰ ਹੈ ਉਹ ਇਹਨਾਂ ਪਹਿਲੀਆਂ ਦੋ ਐਂਟਰੀਜ਼ ਸ਼ੋ ਆਣਗੇ, ਬਾਕੀ ਉਸ ਤੋਂ ਬਾਅਦ ਕਲੋਜ਼ ਹੁੰਦੇ ਜਾਣਗੇ 1 ਬਾਈ 1। ਬੈਲੈਂਸ ਸ਼ੀਟ ਦਾ ਕੋਈ ਵੀ ਅਕਾਊਂਟ ਓਪਨ ਛੱਡੋਗੇ ਤਾਂ ਤੁਹਾਡਾ ਜਿਹੜਾ ਹੈ ਕੁਐਸਚਨ ਕੰਪਲੀਟ ਨਹੀਂ ਹੋਏਗਾ। only those liabilities are to be transferred which have been assumed by the acquirer company. Only those liabilities are to be transferred which have been assumed by the acquirer company. Purchasing company ने ਜਿਹੜੀਆਂ liabilities assume ਕੀਤੀਆਂ ਉਹੀ transfer ਕਰਾਂਗੇ। Accumulated profits like credit balance of surplus account, general reserve, dividend equalization reserve, sinking fund, capital reserve are not transferred to relation account. ਇਹ ਸਾਰੇ ਪਿਛਲੇ profit ਹੈ, ਇਹਨਾਂ ਤੇ right ਬਣਦਾ equity shareholders ਦਾ, ਇਹਨਾਂ ਨੂੰ ਰਿਲੇਸ਼ਨ ਅਕਾਊਂਟ ਚ ਨਹੀਂ ਟ੍ਰਾਂਸਫਰ ਕਰਾਂਗੇ, ਇਹ ਇਕੁਇਟੀ ਸ਼ੇਅਰ ਹੋਲਡਰਸ ਨੂੰ ਦਿੱਤੇ ਜਾਣਗੇ। if there is any fund which partially represent liability and partially undistributed profit, then that the portion of such which represents liability should be transferred to relation account. For example, workman compensation fund ਪਿਆ ਤੁਹਾਡੇ ਕੋਲ 1 ਲੱਖ ਦਾ ਔਰ ਉਹਦੇ ਅਗੇਂਸਟ ਲਾਇਬਿਲਿਟੀ ਹੈ 40,000 ਦੀ, ਤਾਂ 40,000 ਰੁਪਇਆ ਇੱਥੇ ਲਾਇਬਿਲਿਟੀ ਚ ਟ੍ਰਾਂਸਫਰ ਹੋ ਜਾਏਗਾ। ਬਾਕੀ ਦਾ 60,000 ਜਿੱਦਾਂ ਬਾਕੀ ਫੰਡ ਜਾਣਗੇ ਇਕੁਇਟੀ ਸ਼ੇਅਰ ਹੋਲਡਰਸ ਨੂੰ, ਉਸੇ ਤਰ੍ਹਾਂ ਇਕੁਇਟੀ ਸ਼ੇਅਰ ਹੋਲਡਰਸ ਨੂੰ ਚਲੇ ਜਾਏਗਾ। ਯੈਸ, ਨੈਕਸਟ ਐਂਟਰੀ ਹੁਣ ਐਸਟ ਲਾਇਬਿਲਿਟੀ ਕਲੋਜ਼ ਕਰਤੀਆਂ ਤਾਂ ਪਰਚੇਸ ਕੰਸੀਡਰੇਸ਼ਨ। ਪਰਚੇਸ ਕੰਸੀਡਰੇਸ਼ਨ ਦਾ ਮੀਨਿੰਗ ਆਪਾਂ ਪੜ੍ਹ ਲਿਆ ਸੀ। ਪਰਚੇਸ ਕੰਸੀਡਰੇਸ਼ਨ ਕੀ ਹੁੰਦੀ ਹੈ, ਕਿਸ ਤਰ੍ਹਾਂ ਫਿਕਸ ਹੁੰਦੀ ਹੈ, ਇਹ ਸਾਰੇ ਆਪਾਂ ਮੈਥਡਸ ਕਰ ਲਏ ਸੀਗੇ ਪਿਛਲੇ ਲੈਕਚਰ ਦੇ ਵਿੱਚ। ਤਾਂ ਪਰਚੇਸ ਕੰਸੀਡਰੇਸ਼ਨ ਜੋ ਵੀ ਫਿਕਸ ਹੋਈ ਹੈ ਉਹ ਡਿਊ ਹੋਏਗੀ ਅਕਵਾਇਰਰ ਕੰਪਨੀ ਡੈਬਿਟ ਟੂ ਰਿਲੇਸ਼ਨ ਅਕਾਊਂਟ। ਅਕਵਾਇਰਰ ਕੰਪਨੀ ਨੂੰ ਅਸੀਂ ਡੈਟਰ ਬਣਾ ਲਾਂਗੇ, ਫਿਰ ਉਹਨਾਂ ਕੋਲੋਂ ਅਸੀਂ ਪਰਚੇਸ ਕੰਸੀਡਰੇਸ਼ਨ ਚ ਜੋ ਵੀ ਮਿਲੇਗਾ ਉਹ ਲਵਾਂਗੇ। ਅਗਲੀ ਐਂਟਰੀ ਚ ਫॉर ਰਿਸੀਵਿੰਗ ਪਰਚੇਸ ਕੰਸੀਡਰੇਸ਼ਨ ਫਰਮ ਅਕਵਾਇਰਰ ਕੰਪਨੀ, ਅਕਵਾਇਰਰ ਕੰਪਨੀ ਤੋਂ ਪਰਚੇਸ ਕੰਸੀਡਰੇਸ਼ਨ ਚ ਜੋ ਕੁਝ ਵੀ ਹੈਗਾ ਉਹ ਤੁਹਾਨੂੰ ਮਿਲ ਰਿਹਾ। ਅਗਰ ਕੁਝ ਕੈਸ਼ ਮਿਲਿਆ ਤਾਂ ਬੈਂਕ ਅਕਾਊਂਟ ਡੈਬਿਟ, ਅਗਰ ਉਹਨੇ ਕੰਪਨੀ ਦੇ ਜਿਹੜੇ ਸ਼ੇਅਰ ਦਿੱਤੇ ਆ ਉਹ ਸ਼ੇਅਰਸ ਇਨ ਅਕਵਾਇਰਰ ਕੰਪਨੀ, ਇਟ ਮੇ ਬੀ ਪ੍ਰੈਫਰੈਂਸ ਸ਼ੇਅਰ, ਇਟ ਮੇ ਬੀ ਇਕੁਇਟੀ ਸ਼ੇਅਰ ਟੂ ਅਕਵਾਇਰਰ ਕੰਪਨੀ। ਅਕਵਾਇਰਰ ਕੰਪਨੀ ਜਿੰਨਾ ਇੱਥੇ ਡੈਬਿਟ ਹੋਇਆ ਉਹਨੇ ਇੱਥੇ ਕ੍ਰੈਡਿਟ ਹੋਇਆ, बैलेंस क्लियर हो जाएगा। और एसेट्स सोल्ड बाय द कंपनी बीइंग अमलगामेटेड नॉट टेकन ओवर बाय द एक्वायरर कंपनी। अगर एक्वायरर कंपनी ने कोई एसेट टेक ओवर नहीं कीतियां ते वो तुसी अपने आप सेल कीतियां तो एसेट सेल दी एंट्री दा बनदी है बैंक टू एसेट। अगर कोई घाटा या वाधा हैगा, प्रॉफिट या लॉस हैगा तो वो एंट्री दे विच एडजस्ट हो जाएगा। लॉस है तो रिलेशन अकाउंट डेबिट, अगर प्रॉफिट है तो रिलेशन अकाउंट क्रेडिट। ठीक है जी। देन फॉर लिक्विडेशन एक्सपेंसेस, अगर लिक्विडेशन एक्सपेंसेस, लिक्विडेशन ਜਦੋਂ ਕੰਪਨੀ ਵਾਉਂਡ ਅਪ ਕਰ ਰਹੇ ਹੋ, ਕੰਪਨੀ ਬੰਦ ਕਰ ਰਹੇ ਹੋ ਤਾਂ ਖਰਚੇ ਹੋਣਗੇ ਜੀ ਉਹਨੂੰ ਵਾਈਂਡ ਅਪ ਕਰਨ ਦੇ, ਐਸੈਟਸ ਨੂੰ ਵੇਚਣ ਦੇ ਜਾਂ ਹੋਰ ਕੰਮ ਕਰਨ ਦੇ, ਤਾਂ ਉਹ ਖਰਚਿਆਂ ਦੀ ਐਂਟਰੀ ਕੀ ਪੈਗੀ। ਇਫ ਦ ਐਕਸਪੈਂਸਿਸ ਆਰ ਟੂ ਬੀ ਮੈਟ ਬਾय ਦ ਅਕਵਾਇਰਿੰਗ ਕੰਪਨੀ, ਜੇ ਸੈਲਿੰਗ ਕੰਪਨੀ ਆਪ ਹੀ ਖਰਚੇ ਕਰ ਰਹੀ ਹੈ ਤਾਂ ਰਿਲੇਸ਼ਨ ਟੂ ਬੈਂਕ नो प्रॉब्लम। इफ द एक्सपेंसेस आर टू बी met by the acquirer company, there are two alternatives. First, no entry। ठीक है, पहला ऑप्शन है कि कोई एंट्री ना पाओ क्योंकि उन्हें पे करते वो एंट्री पाएगा भी उन्हें पे किते, असि कोई एंट्री नहीं पावांगे। दूसरा है असि पहले ਉਹਦੇ ਨਾਮ ਤੇ ਡਿਊ ਕਰਤੇ, ਅਕਵਾਇਰਰ ਕੰਪਨੀ ਡੈਬਿਟ ਟੂ ਬੈਂਕ, ਦੈਨ ਅਕਵਾਇਰਰ ਕੰਪਨੀ ਨੇ ਸਾਨੂੰ ਪੇ ਕਰਤੇ। ਠੀਕ ਹੈ, ਤਾਂ ਬੇਸਿਕਲੀ ਪਹਿਲਾ ਆਲਟਰਨੇਟਿਵ ਜ਼ਿਆਦਾ ਬੈਟਰ ਹੈ ਵੀ ਕੋਈ ਐਂਟਰੀ ਨਾ ਪਾਈ ਜਾਵੇ। ਦੂਜਾ ਆਲਟਰਨੇਟਿਵ ਸੇਮ ਗੱਲ ਹੈ ਕਿ ਪਹਿਲੇ ਐਂਟਰੀ ਪੈਸੇ ਦੇਂਦੀ ਹੈ ਫਿਰ ਐਂਟਰੀ ਪੈਸੇ ਆਉਂਦੀ ਹੈ, ਸੇਮ ਐਂਟਰੀ ਰਿਵਰਸ ਹੋ ਜਾਂਦੀ ਹੈ। ਇਸ ਲਈ ਅਗਰ ਤੁਸੀਂ ਪਹਿਲਾ ਆਲਟਰਨੇਟਿਵ ਯੂਜ਼ ਕਰ ਲੋਗੇ ਉਹ ਵੀ ਠੀਕ ਹੈ। For liabilities not taken over by the acquirer company and paid by the acquiring company। ਹੁਣ ਜੇ purchasing company ਨੇ ਕੁਝ liabilities take over ਨਹੀਂ ਕੀਤੀਆਂ ਤਾਂ ਉਹ ਤੁਸੀਂ ਆਪ ਪੇ ਕਰੋਗੇ, ਤਾਂ ਉਹਨਾਂ ਦੀ ਪੇਮੈਂਟ ਦੇ ਵਿੱਚ ਵੀ ਅਗਰ ਐਕਸੈਸ ਜਾਂ ਲੈਸ ਹੈ ਤਾਂ ਉਹ ਰਿਲੇਸ਼ਨ ਅਕਾਊਂਟ ਚ ਐਡਜਸਟ ਹੋ ਜਾਏਗਾ, ਅਦਰਵਾਈਜ਼ ਲਾਇਬਿਲਿਟੀ ਡੈਬਿਟ ਟੂ ਬੈਂਕ ਐਂਟਰੀ ਹੈ। ਠੀਕ ਹੈ, ਅਗਰ ਤੁਸੀਂ ਐਕਸੈਸ ਪੇ ਕਰ ਰਹੇ ਹੋ ਤਾਂ ਰਿਲੇਸ਼ਨ ਡੈਬਿਟ ਹੋ ਜਾਏਗਾ, ਅਗਰ ਲੈਸ ਪੇਮੈਂਟ ਕਰ ਰਹੇ ਹੋ ਫਾਇਦਾ ਹੋ ਰਿਹਾ ਤਾਂ ਰਿਲੇਸ਼ਨ ਅਕਾਊਂਟ ਕ੍ਰੈਡਿਟ ਹੋ ਜਾਏਗਾ। फॉर क्लोजिंग द रिलेशन अकाउंट, इस तो बाद तुसी रिलेशन अकाउंट क्लोज करोगे, ਉਹਦੇ या तो प्रॉफिट निकलेगा या लॉस, जो भी है वो इक्विटी शेयर होल्डर्स है। रिलेशन टू इक्विटी शेयर होल्डर्स, इक्विटी शेयर होल्डर्स टू रिलेशन। ठीक है, प्रॉफिट आया था रिलेशन डेबिट टू इक्विटी शेयर होल्डर्स, लॉस आया था इक्विटी शेयर होल्डर्स टू रिलेशन। देन फॉर ट्रांसफरिंग प्रेफरेंस शेयर कैपिटल, प्रेफरेंस शेयर कैपिटल ਨੂੰ ਤੁਸੀਂ ਅਗਰ ट्रांसफर ਕਰਦੇ ਹੋ शेयर होल्डर्स ਨੂੰ, ऑब्वियस है ट्रांसफर करनी है प्रेफरेंस शेयर कैपिटल डेबिट टू प्रेफरेंस शेयर होल्डर, फिर इन्हां वास्ते जो मिलिया होगा वो इन्हां नूं बाद चों पेमेंट कर देंगे। नोट इफ एरियर्स ऑफ डिविडेंड आर देयर
are to be paid to preference shareholders, then such expenses amount such excess amount should be debited to relation account. अगर dividend ਦਾ areas कोई pending है और वो ਤੁਸੀਂ ਦੇ ਰਹੇ ਹੋ और liability जो exist नहीं कर ਰਿਹਾ ਤਾਂ ਉਹਦੀ payment ਜਿਹੜੀ ਹੈ relation account ਚ ਜਾਏਗੀ and credited to preference shareholder account. And if the preference shareholders have agreed to get less than the amount of capital, then reverse entry to be passed. ਇਸੇ ਦਾ ਕਹਿਣ ਦਾ ਮਤਲਬ ਇਹ ਹੋਇਆ ਕਿ preference shareholders ਨੂੰ ਅਗਰ ਜ਼ਿਆਦਾ ਦੇ ਰਹੇ ਆ ਉਹ ਵੀ ਰਿਲਾਈਜੇਸ਼ਨ ਨੂੰ ਜਾਏਗਾ, ਅਗਰ ਘੱਟ ਦੇ ਰਹੇ ਆ ਤਾਂ ਉਹ ਵੀ ਰਿਲਾਈਜੇਸ਼ਨ ਨੂੰ ਜਾਏਗਾ, ਜੋ ਵੀ ਫਾਇਦਾ ਨੁਕਸਾਨ ਹੈ ਉਹ ਰਿਲਾਈਜੇਸ਼ਨ ਅਕਾਊਂਟ 'ਚ ਜਾਏਗਾ ਤੇ ਉੱਥੋਂ ਆਪਣੇ ਆਪ ਇਕੁਇਟੀ ਸ਼ੇਅਰ ਹੋਲਡਰਸ ਨੂੰ ਪਹੁੰਚ ਜਾਏਗਾ। ਜਾਂ ਤੁਸੀਂ ਡਾਇਰੈਕਟ ਵੀ ਇਕੁਇਟੀ ਸ਼ੇਅਰ ਹੋਲਡਰਸ ਨੂੰ ਭੇਜ ਸਕਦੇ ਹੋ, ਪਰ ਬੈਟਰ ਹੈ ਕਿ ਰਿਲਾਈਜੇਸ਼ਨ ਅਕਾਊਂਟ ਨੂੰ ਭੇਜਿਆ ਜਾਵੇ। ਹਾਂਜੀ, ਫॉर ਟ੍ਰਾਂਸਫਰਿੰਗ ਇਕੁਇਟੀ ਸ਼ੇਅਰ ਕੈਪੀਟਲ ਐਂਡ ਅਕਮੂਲੇਟਿਡ ਪ੍ਰੋਫਿਟਸ। ਹੁਣ ਲਾਇਬਿਲਿਟੀ ਸਾਈਡ ਤੇ ਤੁਸੀਂ ਲਾਇਬਿਲਿਟੀਜ਼ ਆਊਟਸਾਈਡ ਲਾਇਬਿਲਿਟੀਜ਼ ਕਲੋਜ਼ ਕਰਤੀਆਂ, ਉਸ ਤੋਂ ਇਲਾਵਾ ਜੋ ਕੁਝ ਵੀ ਪਿਆ ਹੋਇਆ ਉਹ ਸਾਰਾ ਇਕੁਇਟੀ ਸ਼ੇਅਰ ਹੋਲਡਰਸ ਨੂੰ ਹੀ ਜਾਏਗਾ ਪ੍ਰੈਫਰੈਂਸ ਸ਼ੇਅਰ ਕੈਪੀਟਲ ਨੂੰ ਛੱਡ ਕੇ। ਪ੍ਰੈਫਰੈਂਸ ਸ਼ੇਅਰ ਕੈਪੀਟਲ ਤੁਸੀਂ ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਦੇਤੀ। ਹਾਂਜੀ, ਜੋ ਕੁਝ ਵੀ ਹੈ ਉਹ ਕੀ ਹੋ ਸਕਦਾ ਹੈ? ਇਕੁਇਟੀ ਸ਼ੇਅਰ ਕੈਪੀਟਲ ਤਾਂ ਹੈਗੀ ਹੈ, जनरल रिजर्व, डिबेंचर रिडम्पशन रिजर्व, डिविडेंड इक्वलाइजेशन रिजर्व, सिक्योरिटीज प्रीमियम, सरप्लस अकाउंट, कंपनसेशन फंड कोई है, शेयर फॉरफिटेड अकाउंट है, शेयर प्रायर टू प्रॉफिट प्रायर टू इनकॉर्पोरेशन है, और एनी अदर रिजर्व और फंड, कोई भी रिजर्व फंड पे है ਤੁਹਾਡੇ ਉਹ क्लोज होने ही होने हैं। मैं ਤੁਹਾਨੂੰ ਦੱਸਿਆ ਸ਼ੁਰੂ ਤੇ ਹੀ ਕਿ बैलेंस शीट ਸਾਰੀ क्लोज करनी है। ਤਾਂ ਲਾਇਬਿਲਿਟੀ ਸਾਈਡ ਤੇ ਹੋਰ ਕੁਝ ਵੀ ਪਿਆ ਹੋਇਆ ਉਹ ਸਾਰਾ ਇਕੁਇਟੀ ਸ਼ੇਅਰ ਹੋਲਡਰਸ ਨੂੰ ਭੇਜ ਦੇਣਾ। ਇਸੇ ਤਰ੍ਹਾਂ ਐਸੈਟ ਸਾਈਡ ਤੇ ਅਗਰ ਲਾਸ ਐਸੈਟਸ ਪਈਆਂ ਉਹ ਵੀ ਸਾਰੀਆਂ ਇਕੁਇਟੀ ਸ਼ੇਅਰ ਹੋਲਡਰਸ ਨੂੰ ਭੇਜ ਦੇਣੀਆਂ। ਫॉर ट्रांसफरिंग accumulated losses and expenses not written off, it is equity shareholders debit to surplus account to discount on or expenses on issue of shares or debentures to underwriting commission। ठीक है जी। इस तो बाद ਇਕੁਇਟੀ ਸ਼ੇਅਰ ਹੋਲਡਰਸ ਨੂੰ ਇੱਥੇ ਜਿਹੜਾ ਪੇਮੈਂਟ ਵਾਲੀ ਐਂਟਰੀ ਜਿਹੜੀ ਮਿਸ ਹੈ, ਪ੍ਰੈਫਰੈਂਸ ਸ਼ੇਅਰ ਹੋਲਡਰਸ ਨੂੰ ਤੇ ਇਕੁਇਟੀ ਸ਼ੇਅਰ ਹੋਲਡਰਸ ਨੂੰ ਅਸੀਂ ਪੇਮੈਂਟ ਕਰ ਦਿਆਂਗੇ ਜੋ ਕੁਝ ਵੀ ਉਹਨਾਂ ਦਾ ਮਿਲਿਆ, ਤੇ ਐਂਡ ਤੇ ਇਕੁਇਟੀ ਸ਼ੇਅਰ ਹੋਲਡਰ ਅਕਾਊਂਟ ਤੁਹਾਡਾ ਟੈਲੀ ਹੋ ਜਾਏਗਾ। ਜੋ ਕੁਝ ਵੀ ਇਕੁਇਟੀ ਸ਼ੇਅਰ ਹੋਲਡਰਸ ਵਾਸਤੇ ਮਿਲਿਆ ਜਾਂ ਪ੍ਰੈਫਰੈਂਸ ਸ਼ੇਅਰ ਹੋਲਡਰਸ ਵਾਸਤੇ ਮਿਲਿਆ, ਜਦੋਂ ਮਿਲਿਆ ਚੌਥੇ ਪੁਆਇੰਟ ਦੇ ਵਿੱਚ ਜੋ ਵੀ ਸ਼ੇਅਰਸ ਮਿਲੇ ਨੇ ਜਾਂ ਪੈਸੇ ਮਿਲੇ ਨੇ, ਇਹ ਅਲਟੀਮੇਟਲੀ ਜੋ ਕੁਝ ਵੀ ਬਚਿਆ ਹੋਇਆ ਹੈ ਪ੍ਰੈਫਰੈਂਸ ਸ਼ੇਅਰ ਹੋਲਡਰਸ ਦਾ ਹਿੱਸਾ ਉਹਨਾਂ ਨੂੰ ਦੇਣ ਤੋਂ ਬਾਅਦ ਬਾਕੀ ਸਾਰਾ ਇਕੁਇਟੀ ਸ਼ੇਅਰ ਹੋਲਡਰਸ ਨੂੰ ਦੇ ਦੇਾਂਗੇ। ਤੇ ਐਂਡ ਤੇ ਅਗਰ ਤੁਸੀਂ ਲੈਜਰ ਅਕਾਊਂਟ ਕਲੋਜ਼ ਕਰੋਗੇ ਤਾਂ ਤੁਹਾਡੇ ਅਕਾਊਂਟ ਬੰਦ ਹੋ ਜਾਣਗੇ ਔਰ ਇਕੁਇਟੀ ਸ਼ੇਅਰ ਹੋਲਡਰ ਅਕਾਊਂਟ ਟੈਲੀ ਹੋ ਜਾਏਗਾ। ਦੈਨ ਅਕਾਊਂਟਿੰਗ ਐਂਟਰੀਜ਼ ਇਨ ਦਾ ਬੁక్స్ ਆਫ ਅਕਵਾਇਰਰ ਕੰਪਨੀ, परचेजिंग कंपनी की एंट्रीज। परचेजिंग कंपनी सब तो पहले तो बिजनेस परचेज कर रहे हैं, बिजनेस ड्यू करांगे जी, परचेज ड्यू करांगे। बिजनेस परचेज डेबिट टू लिक्विडेटर्स ऑफ एक्वायरी कंपनी, बिजनेस परचेज डेबिट टू लिक्विडेटर्स ऑफ एक्वायरी कंपनी, परचेज कंसीडरेशन जिन्नी फिक्स हुई है उस अमाउंट नाल ये एंट्री पेगी। देन फॉर रिकॉर्डिंग एसेट्स एंड लायबिलिटीज टेकन ओवर, ਜਿਹੜੀਆਂ ਵੀ एसेट्स एंड लायबिलिटीज ਤੁਸੀਂ ਟੇਕ ਓਵਰ ਕੀਤੀਆਂ और जे कोई रिवाइज्ड वैल्यू ਦਿੱਤੀ ਹੈ, ਜਿਹੜੀ ਵੈਲਿਊ ਤੇ ਤੁਸੀਂ ਟੇਕ ਓਵਰ ਕੀਤੀਆਂ ਉਹ ਵੈਲਿਊ ਲਵਾਂਗੇ। Various assets debit at revised value if any, otherwise at book values, and to various liabilities with the figures at which they are taken over to business purchase, assets debit to liabilities to business purchase। बेटा जी इस एंट्री ਦੇ ਵਿੱਚ अगर कोई डिफरेंस आ रहा है तो डिफरेंस गुडविल या कैपिटल रिजर्व बनेगा। if 1 and 2 are combined then the following one entry can be passed। ਇਸ ਤੋਂ ਇਲਾਵਾ 1 ਤੇ 2 ਨੂੰ ਅਗਰ ਕੰਬਾਈਨ ਕਰੀਏ ਤਾਂ ਬਿਜ਼ਨਸ ਪਰਚੇਸ ਕੈਨਸਲ ਹੋ ਗਿਆ, एसेट्स डेबिट टू लायबिलिटीज टू लिक्विडेटर्स बन जाएगी एंट्री। ठीक है जी। अगर ये कोई डेबिट क्रेडिट एक्सेस है, यानी अगर क्रेडिट च ज्यादा है डेबिट घट है तो गुडविल हो जाएगी, अगर डेबिट ज्यादा है क्रेडिट घट है तो कैपिटल रिजर्व हो जाएगा। बेसिक गल है कि एसेट्स माइनस लायबिलिटी नेट वैल्यू बनती है, नेट वैल्यू जिन्नी नेट वैल्यू बनती है अगर बिजनेस परचेज कंसीडरेशन उस तो वध है, वध पे कर रहे हो डेट मीन्स गुडविल, अगर तुसी घट पे कर रहे हो डेट मीन्स कैपिटल रिजर्व। नीचे लिखा है if the credit is more than debit the difference is debited to goodwill account, and if the debit is more than credit the difference is credited to capital reserve account। goodwill and capital reserve account are complementary to each other, ਇੱਕ ਦੂਜੇ ਨਾਲ ਐਡਜਸਟ ਵੀ ਹੋ ਸਕਦੇ ਆ, ਬੈਲੈਂਸ ਸ਼ੀਟ ਦੇ ਵਿੱਚ ਦੋਨਾਂ ਚੋਂ ਇੱਕ ਹੀ ਸ਼ੋ ਹੁੰਦਾ। for making payment to the liquidators of the vendor company, liquidator of the acquiring company, लिक्विडेटर ਆਪਾਂ ਉੱਪਰ ਪਿਛਲੀ ਐਂਟਰੀ ਚ ਕ੍ਰੈਡਿਟ ਕੀਤੇ ਆ, ਉਸ ਤੋਂ ਬਾਅਦ ਪੇਮੈਂਟ ਹੋ ਰਹੀ ਹੈ ਜੀ ਲਿਕੁਇਡੇਟਰਸ ਨੂੰ, ਪੇਮੈਂਟ ਹੋ ਰਹੀ ਹੈ ਬਿਜ਼ਨਸ ਪਰਚੇਜ਼ ਕੰਸੀਡਰੇਸ਼ਨ ਦੀ ਟੂ ਬੈਂਕ ਅਕਾਊਂਟ, ਜੋ ਪੈਸੇ ਕੈਸ਼ ਦਿੱਤੇ ਆ ਚੈੱਕ ਦਿੱਤੇ ਆ, ਟੂ ਸ਼ੇਅਰ ਕੈਪੀਟਲ ਟੂ ਸਿਕਿਉਰਿਟੀ ਪ੍ਰੀਮੀਅਮ, ਅਗਰ ਸ਼ੇਅਰ ਪ੍ਰੀਮੀਅਮ ਤੇ ਦਿੱਤੇ ਆ ਤਾਂ ਪ੍ਰੀਮੀਅਮ ਵੀ ਆ ਜਾਏਗਾ, और शेयर कैपिटल ਜਿਹੜੇ ਸ਼ੇਅਰ ਦਿੱਤੇ ਆ ਪ੍ਰੈਫਰੈਂਸ ਸ਼ੇਅਰ ਦਿੱਤੇ ਆ ਪ੍ਰੈਫਰੈਂਸ ਕੈਪੀਟਲ ਆ ਜਾਏਗੀ, ਇਕੁਇਟੀ ਸ਼ੇਅਰ ਦਿੱਤੇ ਆ ਇਕੁਇਟੀ ਕੈਪੀਟਲ ਆ ਜਾਏਗੀ। व्हेन स्टैट्यूटरी रिजर्व इज मेंटेन्ड, बेटा कई बार क्वेश्चन च कुछ रिजर्व्स वास्ते लिखा होता है कि ये स्टैट्यूटरी रिजर्व है, these should be maintained in the books of
परचेजिंग कंपनी सैलिंग कंपनी दे उन्हां रिजर्व्स नूं मेनटेन करेगी तो ਉਹ ਰਿਜ਼ਰਵਸ ਜਿਹੜੇ ਆ ਉਹਨਾਂ ਦੀ ਇਹ ਸਪੈਸ਼ਲ ਐਂਟਰੀ ਪਾਣੀ ਪੈਂਦੀ ਹੈ ਅਮਲਗਾਮੇਸ਼ਨ ਐਡਜਸਟਮੈਂਟ ਅਕਾਊਂਟ ਡੈਬਿਟ ਟੂ ਸਟੈਚੂਟਰੀ ਰਿਜ਼ਰਵਸ। ਠੀਕ ਹੈ ਜੀ। if liquidation expenses are paid by the acquirer company, ਜੇ acquirer company ਨੇ liquidation expenses pay ਕੀਤੇ ਹੈ तो extra payment होगी ਉਹਨੂੰ ਅਸੀਂ goodwill account debit to bank ਕਵਾਂਗੇ और अगर capital reserve show ਹੋ ਰਿਹਾ ਤਾਂ capital reserve account debit to bank ਕਵਾਂਗੇ। ਦੋਨਾਂ ਚੋਂ ਇੱਕ ਅਕਾਊਂਟ ਹੀ ਚੱਲਣਾ ਹੈ ਜੀ। ਅੱਗੇ ਐਂਟਰੀ ਦੇ ਵਿੱਚ ਐਡਜਸਟਮੈਂਟ ਵੀ ਦਿਖਾਵਾਂਗੇ ਆਪਾਂ। then next entry ਹੈ for formation expenses of the acquirer company, ਜਿਹੜੀ ਪਰਚੇਜ਼ਿੰਗ ਕੰਪਨੀ ਆ ਉਹਨੇ ਆਪਣੇ ਆਪ ਨੂੰ ਜਦੋਂ ਰਜਿਸਟਰ ਕਰਾਇਆ ਜਾਂ ਹੋਰ ਖਰਚੇ ਕੀਤੇ ਆ those are preliminary expenses, ਉਹਨਾਂ ਦੀ ਐਂਟਰੀ ਦਾ preliminary expenses debit to bank। ਇਸ ਐਂਟਰੀ ਦਾ ਇਸ ਉੱਪਰਲੇ ਸਰਕਲ ਨਾਲ ਕੋਈ ਲਿੰਕ ਨਹੀਂ ਹੈ, ਵੈਸੇ ਐਂਟਰੀ ਹੈ ਵੀ ਖਰਚਾ ਕੀਤਾ preliminary expenses to bank। when goodwill is written off against capital reserve, goodwill ਤੇ capital reserve ਦੋਨਾਂ ਚੋਂ ਇੱਕ ਚੀਜ਼ ਹੀ ਸ਼ੋ ਹੋਣੀ ਹੈ ਤਾਂ ਇਹ ਆਪਸ ਚ ਐਡਜਸਟ ਕਰਕੇ ਜਿਹੜਾ ਜਿਹਦਾ ਬੈਲੈਂਸ ਵੱਡਾ ਹੋਏਗਾ ਉਹ ਬਚ ਜਾਏਗਾ। ਮੰਨ ਲਓ 50,000 ਦੀ ਗੁੱਡਵਿਲ ਹੈ ਔਰ ਕੈਪੀਟਲ ਰਿਜ਼ਰਵ ਆ ਗਿਆ ਤੁਹਾਡਾ 30,000 ਦਾ ਤਾਂ ਗੁੱਡਵਿਲ ਬਚੇਗੀ 20,000 ਦੀ। ਇਹ ਐਂਟਰੀ 30,000 ਨਾਲ ਪੈ ਜਾਏਗੀ, ਕੈਪੀਟਲ ਰਿਜ਼ਰਵ ਤੇ ਗੁੱਡਵਿਲ ਆਪਸ ਚ ਐਡਜਸਟ ਹੋ ਜਾਣਗੇ 30,000 ਰੁਪਏ। ਇਫ ਐਨੀ ਲਾਇਬਿਲਿਟੀ ਇਜ਼ ਡਿਸਚਾਰਜ ਬਾਈ ਦਾ ਅਕਵਾਇਰਰ ਕੰਪਨੀ, ਹਾਂਜੀ ਜੇ ਤੁਹਾਡੀ ਕੋਈ ਲਾਇਬਿਲਿਟੀ ਡਿਸਚਾਰਜ ਕਰੇ, ਜਿਹੜੀ ਲਾਇਬਿਲਿਟੀ ਉੱਪਰ ਟੇਕ ਓਵਰ ਕੀਤੀ ਹੈ ਜੀ ਇਹਨਾਂ ਨੇ, ਆਹ ਦੇਖੋ ਇੱਥੇ ਲਾਇਬਿਲਿਟੀਜ਼ ਆ ਗਈਆਂ, ਇਹਨਾਂ ਲਾਇਬਿਲਿਟੀ ਚੋਂ ਕਿਸੇ ਲਾਇਬਿਲਿਟੀ ਦੀ ਉਹ ਪੇਮੈਂਟ ਕਰ ਰਹੇ ਆ ਹੁਣ ਤਾਂ ਲਾਇਬਿਲਿਟੀ ਡੈਬਿਟ ਟੂ ਜਿਸ ਫਾਰਮ ਚ ਪੇਮੈਂਟ ਕਰ ਰਿਹਾ, ਇਟ ਮੇ ਬੀ ਸ਼ੇਅਰ ਕੈਪੀਟਲ, ਇਟ ਮੇ ਬੀ ਡਿਬੈਂਚਰਸ, ਇਟ ਮੇ ਬੀ ਬੈਂਕ, ਔਰ ਇੱਥੇ ਵੀ ਅਗਰ ਕੋਈ ਐਕਸੈਸ ਅਮਾਉਂਟ ਦੇ ਰਹੇ ਆ ਤਾਂ ਉਹ ਡਿविडेंड ਵਗੈਰਾ ਔਰ ਗੁੱਡਵਿਲ ਜਾਂ ਕੈਪੀਟਲ ਰਿਜ਼ਰਵ ਬਣ ਜਾਏਗਾ। if fresh issue of shares or debentures is made to raise further capital then pass usual entries for issue of shares or debentures। ਇਸ ਤੋਂ ਇਲਾਵਾ ਆਪਣੇ ਵਾਸਤੇ ਫੰਡ ਰੇਜ਼ ਕਰਨੀ ਉਹਨਾਂ ਨੇ ਅਗਰ ਨਵੀਂ ਕੋਈ ਕੈਪੀਟਲ ਜਾਂ ਨਵਾਂ ਡਿਬੈਂਚਰਸ ਇਸ਼ੂ ਕੀਤੇ ਆ ਤਾਂ ਉਹ ਐਂਟਰੀ ਸੈਪਰੇਟਲੀ ਉਸੇ ਤਰ੍ਹਾਂ ਪਏਗੀ ਜਿੱਦਾਂ ਸ਼ੇਅਰ ਇਸ਼ੂ ਕਰਨ ਦੀ ਜਾਂ ਡਿਬੈਂਚਰ ਇਸ਼ੂ ਕਰਨ ਦੀ ਐਂਟਰੀ ਹੁੰਦੀ। ਠੀਕ ਹੈ ਜੀ। ਹੁਣ ਆਪਾਂ ਇਲਸਟ੍ਰੇਸ਼ਨ ਦੇਖਾਂਗੇ। ਇਲਸਟ੍ਰੇਸ਼ਨ ਨੰਬਰ 4, A Limited and B Limited agreed to amalgamate by transferring their undertakings to a new company, AB Limited, formed for that purpose on the date of amalgamation। balance sheets of the companies were as under। balance sheet ਦਿੱਤੀ ਹੈ ਜੀ, balance sheets ਦੇਖ ਲਓ ਦੋਨਾਂ ਕੰਪਨੀਆਂ ਦੀ। ਕੈਪੀਟਲ ਹੈ, ਰਿਜ਼ਰਵ ਸਰਪਲਸ ਹੈ, ਰਿਜ਼ਰਵ ਫੰਡ ਸਰਪਲਸ ਅਕਾਊਂਟ, ਡਿਬੈਂਚਰਸ, ਮੋਰਗੇਜ ਲੋਨ, ਸਨਡਰੀ ਕ੍ਰੈਡੀਟਰ। ਮੋਰਗੇਜ ਲੋਨ ਬੀ ਕੰਪਨੀ ਦਾ ਹੈ ਨਹੀਂਗਾ। ਐਸੈਟ ਸਾਈਡ ਤੇ ਫ੍ਰੀ ਹੋਲਡ ਪ੍ਰਾਪਰਟੀ, ਸਨਡਰੀ ਐਸੈਟਸ, ਇਨਵੈਸਟਮੈਂਟ, ਕਮਿਸ਼ਨ ਔਨ ਸ਼ੇਅਰ, ਇਹ ਲਾਸ ਐਸੈਟ ਹੈ ਜੀ, ਇਹ ਟ੍ਰਾਂਸਫਰ ਨਹੀਂ ਕਰਾਂਗੇ ਕਲੋਜ਼ਿੰਗ ਦੇ ਵਿੱਚ। ਡੈਟਰਸ, these are the assets of in the balance sheet। then the purchase consideration of the consisted of the assumption of liabilities of both companies। liabilities ਸਾਰੀਆਂ assume ਕੀਤੀਆਂ ਜੀ purchasing company ਨੇ। the issue of shares at premium of 2 per share of equity shares of 10 each in AB Limited for the purpose the amalgamation the assets are to be revalued as under। assets ਦੀ ਨਵੀਂ ਵੈਲਿਊ ਦਿੱਤੀ ਹੈ ਜੀ। ਨਵੀਂ ਵੈਲਿਊ ਤਾਂ purchasing consideration purchase consideration ਤੇ purchasing company ਨੇ consider ਕਰਨੀ ਹੈ ਜੀ। ਅਸੀਂ selling company ਨੇ books close ਕਰਨੀ ਹੈ। purchase consideration ਲਈ ਜ਼ਰੂਰ ਦੇਖਾਂਗੇ। generalize the above transaction in the books of A Limited, B Limited and AB Limited indicates the basis on which the shares in AB Limited will distributed among the shareholders of A Limited and B Limited respectively। A Limited ने आ assets take over कीतियां, B Limited ने आ assets take over कीतियां ते liabilities सारियां take over कीतियां। purchase consideration ਅਸੀਂ ਕੱਢਾਂਗੇ। assets ਜਿਹੜੀ value ਤੇ take over कीतियां देखो 1 ਲੱਖ, 4 ਲੱਖ 10,000, 2 ਲੱਖ 60,000, 51,000 ਤੇ 2 ਲੱਖ 25,000, ਇਹ ਸਾਰੀਆਂ assets ਇਸੇ ਤਰ੍ਹਾਂ B ਕੰਪਨੀ ਦੀਆਂ ਲੈ ਲੀਆਂ। total assets ਦੀ value 10, 46 and 650 आ गई। liabilities take over balance sheet जो liabilities की value show हो रही है, balance sheet liabilities की value 2,50,000 and 2,20,000 and इधर B कंपनी वास्ते 1 ਲੱਖ ਤੇ 1,30,000 ਇਹ balance sheet ਦੇ ਵਿੱਚ value show ਹੋ ਰਹੀਆਂ ਤਾਂ ਉਹ values less ਕਰਕੇ final purchase consideration net asset basis method ਤੇ 5,76,000 and 4,20,000 ਜਿਹੜੀ ਹੈ ਉਹ net assets basis ਤੇ purchase consideration ਆ ਗਈ। 12 ਰੁਪਏ ਦਾ ਇੱਕ ਸ਼ੇਅਰ ਹੈ ਜੀ। ਨੰਬਰ ਆਫ ਸ਼ੇਅਰ ਕੈਲਕੂਲੇਟ ਕਰੀਏ। A ਲਿਮਟਿਡ ਨੂੰ 48,000 ਮਿਲਣਗੇ, B ਲਿਮਟਿਡ ਨੂੰ 35,000। A ਲਿਮਟਿਡ ਦੇ ਵੈਸੇ ਸ਼ੇਅਰ ਕਿੰਨੇ ਆ? 5 ਲੱਖ ਕੈਪੀਟਲ 10 ਰੁਪਏ ਦਾ ਸ਼ੇਅਰ ਹੈ, 50,000 ਹੋ ਜਾਣਗੇ, ਇਹਦੇ 30,000। ਹਾਂਜੀ ਤਾਂ A ਲਿਮਟਿਡ ਦੇ 50,000 ਸ਼ੇਅਰਾਂ ਨੂੰ B ਲਿਮਟਿਡ AB ਲਿਮਟਿਡ ਦੇ 48,000 ਸ਼ੇਅਰ ਮਿਲਣਗੇ ਔਰ B ਲਿਮਟਿਡ ਦੇ 30,000 ਸ਼ੇਅਰਾਂ ਨੂੰ AB ਲਿਮਟਿਡ ਦੇ 35,000 ਸ਼ੇਅਰ ਮਿਲਣਗੇ। ਤਾਂ ਦੇਖੋ ਇੱਥੋਂ ਰੇਸ਼ੋ ਬਣ ਗਈ 48,000 ਨੂੰ 50,000 ਨੂੰ 48 ਮਿਲਣਗੇ ਤਾਂ 48
50 ਨੂੰ 48 we can say that 25 ਵਾਸਤੇ 24 same 35 30 ਨੂੰ 35 ਮਿਲਣਗੇ 7 to 6 6 ਸ਼ੇਅਰਾਂ ਨੂੰ 7 ਸ਼ੇਅਰ ਮਿਲਣਗੇ ਜਿਹੜਾ ਹੈ ਪਰਚੇਸਿੰਗ ਕੰਪਨੀ ਦੇ ਸੈਲਿੰਗ ਕੰਪਨੀ ਦੇ 6 ਸ਼ੇਅਰਾਂ ਦੇ ਬਦਲੇ ਤਾਂ these are the purchase consideration values then we have to make the entries ਪਹਿਲੇ ਆਪਾਂ A ਦੀਆਂ ਬੁక్స్ ਕਲੋਜ਼ ਕਰਾਂਗੇ A ਦੀਆਂ ਬੁక్స్ ਕਲੋਜ਼ ਕਰ ਲਾਂਗੇ A ਦੀ ਬੈਲੈਂਸ ਸ਼ੀਟ ਦੀਆਂ ਸਾਰੀਆਂ ਐਸੈਟਸ ਕਲੋਜ਼ ਕਰਾਂਗੇ ਕਮਿਸ਼ਨ ਨੂੰ ਛੱਡ ਕੇ और B ਦੀਆਂ ਬੁక్ਸ ਬਾਅਦ ਚ ਕਲੋਜ਼ ਕਰਦੇ ਹਾਂ 2 ਲੱਖ 4 ਲੱਖ 80 ਹਜ਼ਾਰ 50 ਹਜ਼ਾਰ ਤੇ 2 ਲੱਖ 50 ਹਜ਼ਾਰ ਇਹ ਚਾਰ ਐਸੈਟਸ ਨੇ ਇਹ ਅਸੀਂ ਕਲੋਜ਼ ਕੀਤੀਆਂ ਰਿਲੇਸ਼ਨ ਅਕਾਊਂਟ ਡੈਬਿਟ ਟੂ ਐਸੈਟਸ ਬੁੱਕ ਵੈਲਿਊ ਤੇ ਇਸੇ ਤਰ੍ਹਾਂ ਲਾਇਬਿਲਿਟੀਜ਼ ਵੀ ਕਲੋਜ਼ ਕੀਤੀਆਂ ਬੁੱਕ ਵੈਲਿਊ ਤੇ और परचेज कंसिडरेशन ड्यू की आप 5,76,000 कढ़ी है परचेज कंसिडरेशन ड्यू कर ली परचेज कंसिडरेशन उस तो बाद मिल गई जी मिलन दी एंट्री आएगी ठीक है जी उस तो बाद रिलेशन अकाउंट फाइनल किया ओदे जिहड़ा है प्रॉफिट निकलिया 66,000 का रिलेशन अकाउंट कितना फाइनल करांगे रिलेशन अकाउंट डेबिट साइड ते एसेट्स पैणगीਆਂ क्रेडिट साइड ते लायबिलिटीज उस तो इलावा तुहाडी आ परचेज कंसिडरेशन उतों फिर फाइनली प्रॉफिट आ गया 66,000 का और एसेट साइड ते एक एसेट ਆਪਾਂ ਛੱਡੀ ਸੀ ਕਮਿਸ਼ਨ ਜਿਹੜੀ ਕਿ ਲਾਸ ਐਸੈਟ ਹੈ ਉਹ ਸ਼ੇਅਰ ਹੋਲਡਰਸ ਨੂੰ ਭੇਜਤੀ ਔਰ ਲਾਇਬਿਲਿਟੀ ਸਾਈਡ ਤੇ ਸਾਡੇ ਕੋਲ ਫਿਰ ਕੀ ਬਚਿਆ ਸੀ ਲਾਇਬਿਲਿਟੀ ਸਾਈਡ ਤੇ ਅਸੀਂ ਜਿਹੜੀਆਂ ਹੈ ਆ ਲਾਇਬਿਲਿਟੀਜ਼ ਭੇਜ ਚੁੱਕੇ ਹਾਂ ਸਾਡੇ ਕੋਲ ਇੱਕ ਕੈਪੀਟਲ ਪਈ ਹੈ ਦੂਜਾ ਸਰਪਲਸ ਪਿਆ ਹੈ ਇਹ ਦੋਨੋਂ ਅਕਾਊਂਟ ਕਲੋਜ਼ ਕਰਾਂਗੇ ਇਕਵਿਟੀ ਸ਼ੇਅਰ ਹੋਲਡਰਸ ਨੂੰ ਭੇਜ ਕੇ ਠੀਕ ਹੈ ਇਕਵਿਟੀ ਸ਼ੇਅਰ ਹੋਲਡਰਸ ਇਕਵਿਟੀ ਸ਼ੇਅਰ ਕੈਪੀਟਲ ਡੈਬਿਟ ਟੂ ਸਰਪਲਸ ਅਕਾਊਂਟ ਡੈਬਿਟ ਟੂ ਇਕਵਿਟੀ ਸ਼ੇਅਰ ਹੋਲਡਰਸ 5,30,000 ਇਹ ਭੇਜਤਾ ਉਸ ਤੋਂ ਬਾਅਦ ਜੋ ਸ਼ੇਅਰਸ ਸਾਡੇ ਕੋਲ ਆਏ ਸੀਗੇ ਪਰਚੇਸ ਕੰਸਿਡਰੇਸ਼ਨ ਵਾਲੇ ਜੋ ਕਿ ਸਾਡੇ ਕੋਲ ਇੱਕੋ ਹੀ ਸ਼ੇਅਰ ਨੇ ਇਕਵਿਟੀ ਸ਼ੇਅਰ ਤਾਂ ਉਹਨਾਂ ਨੂੰ ਹੀ ਇਹ ਸਾਰੀ ਪੇਮੈਂਟ ਕਰ ਦਾਂਗੇ ਇਸ ਤੋਂ ਬਾਅਦ ਅਗਰ ਤੁਸੀਂ ਲੈਜਰ ਦੇ ਵਿੱਚ ਇਕਵਿਟੀ ਸ਼ੇਅਰ ਹੋਲਡਰ ਅਕਾਊਂਟ ਬਣਾਓਗੇ ਤਾਂ ਟੈਲੀ ਹੋ ਜਾਏਗਾ ਕਿਦਾਂ ਆਪਾਂ ਚੈੱਕ ਕਰ ਸਕਦੇ ਹਾਂ ਇਕਵਿਟੀ ਸ਼ੇਅਰ ਹੋਲਡਰ ਅਕਾਊਂਟ ਕ੍ਰੈਡਿਟ ਹੋਇਆ 5,30,000 ਔਰ ਇਕਵਿਟੀ ਸ਼ੇਅਰ ਹੋਲਡਰ ਅਕਾਊਂਟ ਸਾਡਾ 66,000 ਆ ਕ੍ਰੈਡਿਟ ਹੋਇਆ 5,96,000 ਕ੍ਰੈਡਿਟ ਹੋ ਗਿਆ ਔਰ ਆ 20,000 ਡੈਬਿਟ ਹੋਇਆ ਤੇ 5,76,000 ਡੈਬਿਟ ਹੋਇਆ 5,96,000 ਹੀ ਡੈਬਿਟ ਹੋ ਗਿਆ ਇਕਵਿਟੀ ਸ਼ੇਅਰ ਹੋਲਡਰ ਅਕਾਊਂਟ ਟੈਲੀ ਹੋਣਾ ਚਾਹੀਦਾ ਤੁਹਾਡਾ ਹਾਂਜੀ ਇਸੇ ਤਰ੍ਹਾਂ ਬੀ ਕੰਪਨੀ ਦੀਆਂ ਐਸੈਟਸ ਕਲੋਜ਼ ਕਰਾਂਗੇ ਰਿਲੇਸ਼ਨ ਅਕਾਊਂਟ ਡੈਬਿਟ ਟੂ ਐਸੈਟਸ ਸਨਡਰੀ ਐਸੈਟ ਫ੍ਰੀ ਹੋਲਡ ਪ੍ਰਾਪਰਟੀ ਇਨਵੈਸਟਮੈਂਟ ਡੈਟਰਸ ਇਹ ਜਿਹੜੀਆਂ ਐਸੈਟ ਸਾਈਡ ਤੇ ਪਈਆਂ ਸੀ ਬੁੱਕ ਵੈਲਿਊ ਜਿੱਦਾਂ ਆਪਾਂ ਇਹ ਕੰਪਨੀ ਦੀਆਂ ਕਲੋਜ਼ ਕੀਤੀਆਂ ਇਸੇ ਤਰ੍ਹਾਂ ਲਾਇਬਿਲਿਟੀਜ਼ ਕਲੋਜ਼ ਕਰਾਂਗੇ ਦੋ ਲਾਇਬਿਲਿਟੀਜ਼ ਹੀ ਸੀਗੀਆਂ ਆਪਾਂ ਪਰਚੇਸ ਕੰਸੀਡਰੇਸ਼ਨ ਚ ਦੇਖਿਆ ਸੀਗਾ ਦੋਨੋਂ ਲਾਇਬਿਲਿਟੀਜ਼ ਕਲੋਜ਼ ਕਰਤੀਆਂ फिर परचेज कंसिडरेशन 4,20,000 कैलकुलेट हुई सी वो आ गई फिर शेयर्स ऑन दी एंट्री हो गई शेयर्स इन एबी लिमिटेड डेबिट टू एबी लिमिटेड देन रिलेशन अकाउंट प्रॉफिट निकलिया 58,000 का और कमीशन पई सी जिहड़ी इक्विटी शेयर होल्डर सी वो कमीशन असी कमीशन अकाउंट भी क्लोज करता कमीशन अकाउंट दोनों कंपनियां दी बैलेंस शीट एसेट साइड ते पिया सीगा देखो ए ਦਾ 20,000 ਤੇ B ਦਾ 8,000 ਠੀਕ ਹੈ ਜੀ ਇਹ ਦੋਨੋਂ ਅਕਾਊਂਟ ਦੋਨੋਂ ਕੰਪਨੀਆਂ ਚ ਆਪਾਂ ਕਲੋਜ਼ ਕੀਤੇ ਲਾਸ ਅਕਾਊਂਟ ਵਾਲੇ ਉਸ ਤੋਂ ਬਾਅਦ ਸਾਡੇ ਕੋਲ ਜਿਹੜੀ ਲਾਇਬਿਲਿਟੀ ਸਾਈਡ ਤੇ ਇਕਵਿਟੀ ਸ਼ੇਅਰ ਕੈਪੀਟਲ ਪਈ ਹੈ B ਕੰਪਨੀ ਦੀ ਇਕਵਿਟੀ ਸ਼ੇਅਰ ਕੈਪੀਟਲ ਰਿਜ਼ਰਵ ਜੋ ਕੁਝ ਵੀ ਪਿਆ ਹੋਇਆ ਲਾਇਬਿਲਿਟੀ ਸਾਈਡ ਤੇ ਕੈਪੀਟਲ ਰਿਜ਼ਰਵ ਫੰਡ ਐਂਡ ਸਰਪਲਸ ਇਹਨੂੰ ਅਸੀਂ ਕਲੋਜ਼ ਕੀਤਾ then final equity shareholders ਨੂੰ payment ਹੋਗੀ ਔਰ ਇੱਥੇ ਚੈੱਕ ਕਰ ਸਕਦੇ ਹੋ ਤੁਸੀਂ ਸ਼ੇਅਰ ਹੋਲਡਰ ਅਕਾਊਂਟ ਨੂੰ 3,70,000 ਕ੍ਰੈਡਿਟ ਹੋਇਆ ਇਸ ਤੋਂ ਪਿੱਛੇ ਆ 58,000 ਕ੍ਰੈਡਿਟ ਹੋਇਆ ਸੀ 3,70,000 ਤੇ 58 ਹੋ ਗਿਆ 4,00,000 ਤੇ 28,000 ਤੇ ਆ 8,000 ਡੈਬਿਟ ਹੋਇਆ ਤੇ ਉਸ ਤੋਂ ਬਾਅਦ ਤੁਹਾਡਾ 4,20,000 ਆ ਡੈਬਿਟ ਹੋਇਆ ਇਕਵਿਟੀ ਸ਼ੇਅਰ ਹੋਲਡਰਸ ਨੂੰ 4,28,000 ਤੁਹਾਡਾ ਜਿਹੜਾ ਹੈ ਇਕਵਿਟੀ ਸ਼ੇਅਰ ਹੋਲਡਰ ਅਕਾਊਂਟ ਟੈਲੀ ਹੋ ਗਿਆ ਹੁਣ ਇਹੀ ਐਂਟਰੀਜ਼ ਅੱਗੋਂ ਹੁਣ ਪਰਚੇਸਿੰਗ ਕੰਪਨੀ ਦੇ ਵਿੱਚ ਆਪਾਂ ਕਿੱਦਾਂ ਪਾਣੀ ਹੈ ਪਹਿਲੇ AB ਲਿਮਟਿਡ ਨੇ ਪਰਚੇਸ ਕੀਤਾ ਪਹਿਲੇ A ਲਿਮਟਿਡ ਨੂੰ ਪਰਚੇਸ ਕਰਨ ਦੀ ਐਂਟਰੀ ਪਹਿਲੀ ਐਂਟਰੀ ਜਿਹੜੀਆਂ ਆਪਾਂ ਐਂਟਰੀਆਂ ਪੜੀਆਂ ਉਹਦੇ ਵਿੱਚ ਸਭ ਤੋਂ ਪਹਿਲੀ ਐਂਟਰੀ ਹੈ ਬਿਜ਼ਨਸ ਪਰਚੇਸ ਡੈਬਿਟ ਟੂ ਲਿਕੁਇਡੇਟਰਸ 5,76,000 ਦੈਨ ਦੂਜੀ ਐਂਟਰੀ ਚ ਐਸੈਟਸ ਜਿਹੜੀ ਵੈਲਿਊ ਤੇ ਟੇਕ ਓਵਰ ਕੀਤੀਆਂ ਜਿਹੜੀ ਵੈਲਿਊ ਤੇ ਟੇਕ ਓਵਰ ਕੀਤੀਆਂ ਜੀ ठीक है आ एसेट्स की टेक ओवर वैल्यू दी हुई है सानू ए लिमिटेड दी गुडविल 1 लाख दी सैंडरी एसेट 4,10,000 फ्री होल्ड प्रॉपर्टी 2,60,000 इन्वेस्टमेंट 51,000 ते डेटर्स 2,25,000 ठीक है लायबिलिटीज दे कोई टेक ओवर वैल्यू नहीं दी इसलिए लायबिलिटीज बुक वैल्यू ते ही टेक ओवर हो जांदियां तीन लायबिलिटीज सीगियां इहदियां मॉर्गेज लोन सैंडरी क्रेडिटर्स एंड डिबेंचर्स
ठीक है जी। बिजनेस परचेज 5,76,000 आ गया क्योंकि नैट एसेट बेसिस तो ही कढ़िया सी और गुडविल ਉਹਦੇ ਵਿੱਚ ਲਈ ਹੋਈ ਸੀ, इसलिए सेंट्री ਵਿੱਚ डिफरेंस नहीं आया, यानी ਜਿਹੜਾ है गुडविल या कैपिटल रिजर्व नहीं निकलिया। अदरवाइज अगर ਇਹ ਗੁੱਡਵਿਲ ਇਦਾਂ ਨਾ ਦਿੱਤੀ ਹੁੰਦੀ ਔਰ ਇਹ ਨੈਟ ਐਸੈਟ ਬੇਸਿਸ ਤੇ ਨਾ ਹੁੰਦਾ ਤਾਂ ਤੁਹਾਨੂੰ ਇੱਥੇ ਗੁੱਡਵਿਲ ਜਾਂ ਕੈਪੀਟਲ ਰਿਜ਼ਰਵ ਨਿਕਲ ਸਕਦਾ ਸੀ। ਦੈਨ ਉਸ ਤੋਂ ਬਾਅਦ ਪੇਮੈਂਟ ਲਿਕੁਇਡੇਟਰਸ ਆਫ ਏ ਲਿਮਟਿਡ 5,76,000 ਦੀ ਪੇਮੈਂਟ ਕੀਤੀ ਹੈ, ਪਰ ਆਪਾਂ ਇੱਕ ਸ਼ੇਅਰ 12 ਰੁਪਏ ਦਾ ਦਿੱਤਾ। 48,000 ਸ਼ੇਅਰ ਇਸ਼ੂ ਕੀਤੇ ਹੈ ਜੀ। 48,000 ਗੁਣਾ 10 4,80,000 ਦੀ ਕੈਪੀਟਲ ਔਰ 48,000 ਗੁਣਾ 2 96,000 ਦੀ ਸਾਡੀ ਸਿਕਿਉਰਿਟੀ ਪ੍ਰੀਮੀਅਮ ਰਿਜ਼ਰਵ। ਇਸੇ ਤਰ੍ਹਾਂ ਬੀ ਲਿਮਟਿਡ ਦਾ ਪਰਚੇਜ਼ ਕੰਸੀਡਰੇਸ਼ਨ ਡਿਊ 4,20,000 ਬਿਜ਼ਨਸ ਪਰਚੇਜ਼ ਟੂ ਲਿਕੁਇਡੇਟਰਸ। then assets to liabilities to business purchase a net asset basis होने करके टैली हो गया और गुडविल आ चुकी हुई है। then जेड़ा है liquidators of B limited ਨੂੰ ਆਪਾਂ ਜਿਹੜੀ ਪੇਮੈਂਟ ਕਰਤੀ और 35,000 शेयर ਸੀਗੇ, 10 ਰੁਪਏ ਦਾ ਇੱਕ और 2 ਰੁਪਏ ਦਾ ਪ੍ਰੀਮੀਅਮ। ठीक है जी बेटा, कोई क्वेश्चनिंग ਇੱਥੋਂ ਤੱਕ? नो सर। ओके थैंक यू। समझ आ रहा है ना सारा? यस सर। ओके थैंक यू। Then illustration 6, A Limited acquired the undertaking of B Limited on 31st March 2020 for a purchase consideration of 2 crore 50 lakh to be paid by fully paid equity shares of 10 each. Balance sheets of two companies on the date of acquisition were as follows. बेटा दोनों कंपनियां ਦੀਆਂ बैलेंस शीट ਦਿੱਤੀਆਂ A ਤੇ B Limited, पर A ने B ਨੂੰ परचेज ਕੀਤਾ ਤਾਂ ਸੈਲ ਕਿਹੜੀ ਹੋਈ ਹੈ ਜੀ? B। अगर बुक्स क्लोज करनियां होंगी तो आप बी दियां क्लोज करांगे क्योंकि बी सेल हो रही है, ऑब्वियस है बी दियां ही क्लोज होनी चाहिए बुक्स। और ए लिमिटेड ਜਿਹੜੀ ਹੈ ਉਹ ਆਲਰੇਡੀ ਜਿਹੜੀ बैलेंस शीट एग्जिस्ट कर रही है ਉਹਦੇ ਵਿੱਚ ਹੀ ਜਿਹੜੀਆਂ ਇਹਦੀਆਂ ਐਸੈਟਸ ਵਗੈਰਾ ਐਡਜਸਟ ਹੋਣੀਆਂ। ਅਗਰ ਇਹਦੇ ਇਸ ਕੁਐਸਚਨ ਚ ਆਪਾਂ ਪਰਚੇਸ ਕਰਨ ਤੋਂ ਬਾਅਦ ਨਵੀਂ बैलेंस शीट भी ਬਣਾਵਾਂਗੇ ਆਫਟਰ ਐਕੁਜੀਸ਼ਨ बैलेंस शीट ਕੀ ਹੋਏਗੀ। ठीक है जी। These are the liabilities: equity capital, reserve surplus, general reserve है, development rebate reserve है, workman compensation fund है, surplus account है, shareholders fund है, current liabilities है, total equity and liabilities। then asset side से साढ़े को non current assets, land and building, plant and machinery, furniture and fixture, current assets, stock, debtor, bank balance। pass the necessary journal entries in the books of A Limited। A Limited purchasing company है जी, ਆਪਾਂ ਉਹਦੀਆਂ books ਦੇ ਵਿੱਚ entries ਪਾਣੀਆਂ। also prepare the balance sheet of A Limited after amalgamation, assuming that development rebate reserve and workman compensation fund of B Limited are required to be continued in the books of A Limited। ਇਹਨਾਂ ਨੂੰ ਅੱਗੇ continue ਕਰਨਾ ਹੈ। continue ਕਰਨਾ ਹੈ ਤਾਂ ਇਹ ਫਿਰ ਕਿੱਥੇ ਇਹਦੀ ਇੱਕ ਐਂਟਰੀ ਆਪਾਂ ਪੜ੍ਹੀ ਸੀ, amalgamation adjustment debit to डेवलपमेंट रिबेट रिजर्व एंड वर्कमैन कंपनसेशन फंड। ये वाली एंट्री पै जाएगी। स्टैट्यूटरी रिजर्व हो गए जेडे रिजर्व अगे कैरी ऑन करन के गए। हाँ जी, परचेज कंसीडरेशन सानू पहले दी हुई है 2.5 करोड़। ਅਸੀਂ सब तो पहली एंट्री पावांगे बिजनेस परचेज डेबिट टू लिक्विडेटर्स ऑफ बी लिमिटेड 2.5 करोड़। ठीक है, 2 करोड़ 50 लाख रुपए की ये एंट्री पाने तो बाद एसेट्स एंड लायबिलिटीज की कोई नवी वैल्यू नहीं दी, तो बैलेंस शीट वाली वैल्यू ही ਅਸੀਂ कैरी ऑन करांगे। बैलेंस शीट ਦੇ ਵਿੱਚ ਹੁਣ ਆਪਾਂ बी लिमिटेड ਨੂੰ परचेज कर रहे हैं। बी लिमिटेड लैंड एंड बिल्डिंग 80 लाख, प्लांट एंड मशीनरी 1 करोड़ 80 लाख, फर्नीचर फिक्चर 20 लाख, स्टॉक 40 लाख, डेटर्स 40 लाख और बैंक बैलेंस 17 लाख। ठीक है, ਹੁਣ ਸਾਰੀਆਂ ਐਸੈਟਸ ਅਸਿਊਮ ਹੋਈਆਂ, ਸਾਰੀਆਂ ਐਸੈਟਸ ਡੈਬਿਟ ਹੋ ਗਈਆਂ ਸੇਮ ਵੈਲਿਊ ਤੇ। ਠੀਕ ਹੈ, ਉਸ ਤੋਂ ਬਾਅਦ ਲਾਇਬਿਲਿਟੀਜ਼ ਦੇ ਵਿੱਚ ਸਾਡੇ ਕੋਲ ਜਿਹੜਾ ਹੈ ਸਿਰਫ ਕਰੰਟ ਲਾਇਬਿਲਿਟੀਜ਼ ਹੈ, ਲੌਂਗ ਟਰਮ ਲਾਇਬਿਲਿਟੀ ਕੋਈ ਨਹੀਂ ਸ਼ੋ ਹੋ ਰਹੀ। ਤਾਂ ਕਰੰਟ ਲਾਇਬਿਲਿਟੀ 95 ਲੱਖ ਦੀ ਜਿਹੜੀ ਹੈ ਅਸੀਂ ਟੇਕ ਓਵਰ ਕੀਤੀ। ਠੀਕ ਹੈ, 95 ਲੱਖ ਦੀ ਕਰੰਟ ਲਾਇਬਿਲਿਟੀ ਕ੍ਰੈਡਿਟ ਹੋ ਗਈ। ਬਿਜ਼ਨਸ ਪਰਚੇਜ਼ 2.5 ਕਰੋੜ ਦਾ ਹੈ, ਇੱਥੇ ਡਿਫਰੈਂਸ ਆਇਆ 32 ਲੱਖ ਦਾ ਕ੍ਰੈਡਿਟ ਸਾਈਡ ਤੇ। ਠੀਕ ਹੈ, ਐਸੈਟਸ ਦੀ ਡੈਬਿਟ ਵੈਲਿਊ ਜ਼ਿਆਦਾ ਸੀ, ਕ੍ਰੈਡਿਟ ਵੈਲਿਊ ਘੱਟ ਸੀ। ਠੀਕ ਹੈ, ਤਾਂ 32 ਲੱਖ ਦਾ ਕੈਪੀਟਲ ਹੋ ਗਿਆ। ਬੇਸਿਕਲੀ ਇਹ ਬਣਿਆ ਕਿ ਟੋਟਲ ਐਸੈਟਸ ਮਾਈਨਸ ਆਊਟਸਾਈਡ ਲਾਇਬਿਲਿਟੀ 95 ਲੱਖ ਕਰਕੇ ਜੋ ਵੈਲਿਊ बनती सी, ठीक है, उस तो घट पेमेंट हो रही है, वो बन रही होगी 2 करोड़ 82 लाख, बट पेमेंट इज 2 करोड़ 50 लाख, 32 लाख का कैपिटल रिजर्व आ गया। दैन पेमेंट करती, पेमेंट के विच हुण शेयर्स का रेट 10 रुपए ही दसिया, कोई प्रीमियम नहीं है। तो बी लिमिटेड डेबिट टू इक्विटी शेयर कैपिटल होगी 2.5 करोड़। दैन जिहड़े वो स्पैसिफिक रिजर्व के सीगे वो 2 रिजर्व कैरी ऑन करन दी एंट्री, अमलगामेशन एडजस्टमेंट डेबिट टू डेवलपमेंट रिबेट रिजर्व कंपनसेशन एंड वर्कमैन कंपनसेशन फंड। इस तो इलावा होर कोई इंफॉर्मेशन नहीं है। हुण असीं जदों बैलेंस शीट बनानी है ए लिमिटेड दी आफ्टर अमलगामेशन, तो असीं कंबाइन करना है
ਕਿਹੜੀਆਂ ਕਿਸ ਬੇਸਿਸ ਤੋਂ ਕਰਨਾ ਹੈ, ਇਹ ਬੇਟਾ ਸਮਝਣ ਵਾਲੀ ਗੱਲ ਹੈ। ਇਹ ਲਿਮਟਿਡ ਦੀ ਆਲਰੇਡੀ ਬੈਲੈਂਸ ਸ਼ੀਟ ਐਗਜ਼ਿਸਟ ਕਰ ਰਹੀ ਹੈ, ਤੁਸੀਂ ਆ ਜਿਹੜੀਆਂ ਨਵੀਆਂ ਐਂਟਰੀਆਂ ਪਾਈਆਂ ਇਹਨਾਂ ਐਂਟਰੀਜ਼ ਦੇ ਵਿੱਚ ਜੋ ਕੁਝ ਵੀ ਡੈਬਿਟ ਜਾਂ ਕ੍ਰੈਡਿਟ ਕੀਤਾ ਉਹਨੇ ਐਡਜਸਟ ਹੋਣਾ ਹੈ, ਬਾਕੀ ਕੁਝ ਵੀ ਐਡਜਸਟਮੈਂਟ ਐਕਸਟਰਾ ਨਹੀਂ ਹੋਣੀ। ਠੀਕ ਹੈ ਜੀ। ਬਿਜ਼ਨਸ ਪਰਚੇਜ਼ ਤੁਹਾਡਾ ਡੈਬਿਟ ਹੋ ਕੇ ਕ੍ਰੈਡਿਟ ਹੋ ਕੇ ਖਤਮ ਹੋ ਗਿਆ। ਲਿਕੁਇਡੇਟਰ ਤੁਹਾਡਾ ਕ੍ਰੈਡਿਟ ਹੋਇਆ 2.5 ਕਰੋੜ, ਇੱਥੇ ਲਿਕੁਇਡੇਟਰ ਫॉर ਬੀ ਲਿਮਟਿਡ, ਇੱਥੇ ਬੀ ਲਿਮਟਿਡ ਇਹੀ ਹੈ 2.5 ਕਰੋੜ, ਇਹ ਕ੍ਰੈਡਿਟ ਹੋਇਆ ਡੈਬਿਟ ਹੋਇਆ ਖਤਮ ਹੋ ਗਿਆ। ਠੀਕ ਹੈ ਜੀ। ਬਾਕੀ ਸਾਰੇ ਅਕਾਊਂਟ ਐਗਜ਼ਿਸਟ ਕਰਨਗੇ, ਉਹਨਾਂ ਨੂੰ ਦੇਖਣਾ। ਲੈਂਡ ਐਂਡ ਬਿਲਡਿੰਗ ਇਹ ਸਾਰੀਆਂ ਸੇਮ ਵੈਲਿਊ ਤੇ ਜਿਹੜੀਆਂ ਹੈ ਤੁਸੀਂ ਟੇਕ ਓਵਰ ਕੀਤੀਆਂ ਦਾ ਸੇਮ ਵੈਲਿਊਜ਼ ਐਡਜਸਟ ਹੋ ਜਾਣਗੀਆਂ ਐਸਰ ਦੇ ਵਿੱਚ, यानी लैंड एंड बिल्डिंग 1 करोड़ 20 लाख ਤੇ 80,000 ਐਡ ਹੋ ਕੇ, ਪਲਾਂਟ ਐਂਡ ਮਸ਼ੀਨਰੀ ਵੀ ਐਡ ਹੋ ਕੇ, ਫਰਨੀਚਰ ਫੀਚਰ ਵੀ ਐਡ ਹੋ ਜਾਣਾ ਹੈ, ਸਟਾਕ ਵੀ ਐਡ ਹੋ ਜਾਣਾ ਹੈ, ਡੈਟਰ ਵੀ ਔਰ ਬੈਂਕ ਬੈਲੈਂਸ ਵੀ। ਅਗਰ ਇਹਨਾਂ ਦੀ ਕੋਈ ਨਵੀਂ ਵੈਲਿਊ ਦਿੱਤੀ ਹੁੰਦੀ ਬੀ ਲਿਮਟਿਡ ਵਾਲਿਆਂ ਦੀ, ਫਿਰ ਸਾਡੀ ਐਂਟਰੀ 'ਚ ਉਹ ਵੈਲਿਊ ਹੋਣੀਆਂ ਸੀ, ਫਿਰ ਅਸੀਂ ਉਹ ਵੈਲਿਊ ਐਡਜਸਟ ਕਰਨੀ ਸੀ। ਬੇਸਿਕਲੀ ਕਹ ਲਓ ਆਪਾਂ ਐਂਟਰੀ ਵਾਲੀ ਵੈਲਿਊ ਹੀ ਐਡਜਸਟ ਕਰਨੀ ਹੈ, ਕਿਉਂਕਿ ਸੇਮ ਵੈਲਿਊ ਹੈ ਤਾਂ ਮੈਂ ਇੱਥੋਂ ਤੁਹਾਨੂੰ ਇੱਦਾਂ ਦਿਖਾਤਾ ਵੀ ਇੱਥੋਂ ਐਡ ਹੋ ਜਾਣੀ ਹੈ। ਅਦਰਵਾਈਜ਼ ਆਪਾਂ ਉਹਦੀ ਆਪਣੀ ਏ ਦੀ ਬੈਲੈਂਸ ਸ਼ੀਟ ਵਾਲੀ ਵੈਲਿਊ ਦੇ ਵਿੱਚ ਜਿਹੜੀ ਵੈਲਿਊ ਇੱਥੇ ਟੇਕ ਓਵਰ ਚ ਆਏਗੀ ਉਹ ਐਡ ਕਰਕੇ ਅਸੀਂ ਨਵੀਂ ਬੈਲੈਂਸ ਸ਼ੀਟ ਚ ਪਾਵਾਂਗੇ। ਤਾਂ ਐਸੈਟ ਸਾਈਡ ਤੇ ਤੁਹਾਡੇ ਕੋਲ ਲੈਂਡ ਐਂਡ ਬਿਲਡਿੰਗ, ਪਲਾਂਟ ਐਂਡ ਮਸ਼ੀਨਰੀ, ਫਿਕਸਚਰ ਫਿਟਿੰਗ, ਸਟਾਕ, ਡੈਟਰ, ਬੈਂਕ ਬੈਲੈਂਸ, ਇਹ ਸਾਰਾ ਕੁਝ ਐਸੈਟ ਸਾਈਡ ਸਾਰੀ ਸਿੱਧੀ ਜੋੜ ਕੇ ਜਿਹੜੀ ਹੈ ਬਰਾਬਰ ਆ ਗਈ, ਕਿਉਂਕਿ ਐਸੈਟਸ ਦੀ ਵੈਲਿਊ ਸੇਮ ਦੀ ਸੇਮ ਟੇਕ ਓਵਰ ਹੋਈ ਹੈ। ਲਾਇਬਿਲਿਟੀ ਸਾਈਡ ਤੇ ਗੱਲ ਕਰੀਏ ਤਾਂ ਸਾਡੀ ਪਹਿਲੇ 2.5 ਕਰੋੜ ਦੀ ਕੈਪੀਟਲ ਸੀ, ਅਸੀਂ ਨਵੀਂ 2.5 ਕਰੋੜ ਦੀ ਕੈਪੀਟਲ ਹੀ ਜਾਰੀ ਕੀਤੀ ਹੈ। 2.5 ਕਰੋੜ ਦੀ ਕੈਪੀਟਲ ਪਹਿਲੇ ਸੀ, 2.5 ਕਰੋੜ ਦੀ ਨਵੀਂ, ਤਾਂ ਕੈਪੀਟਲ ਹੋ ਗਈ 5 ਕਰੋੜ, ਕੈਪੀਟਲ ਹੋ ਗਈ 5 ਕਰੋੜ। ਦੈਨ ਉਸ ਤੋਂ ਬਾਅਦ ਜਨਰਲ ਰਿਜ਼ਰਵ ਸਾਡਾ ਸੇਮ ਦਾ ਸੇਮ 1 ਕਰੋੜ 20 ਲੱਖ, ਕਿਉਂਕਿ ਇਧਰਲਾ ਜਨਰਲ ਰਿਜ਼ਰਵ ਟੇਕ ਓਵਰ ਨਹੀਂ ਹੋਇਆ। ਡਿਵੈਲਪਮੈਂਟ ਰਿਬੇਟ ਰਿਜ਼ਰਵ ਟੇਕ ਓਵਰ ਹੋਇਆ, ਸਾਡੀ ਐਂਟਰੀ ਚ ਪਿਆ, ਅਸੀਂ ਐਂਟਰੀ ਪਾਈ ਸੀ, ਇਸ ਲਈ 10 ਲੱਖ ਜਮਾ 37 ਲੱਖ। वर्कमैन कंपनसेशन फंड 15 लाख जमा 24 लाख होएगा, और सरप्लस 10 लाख का 10 लाख ही आएगा। और क्योंकि ये एंट्री जी यदि पई है ਉਹਦੇ ਚ ਅਮਲਗਾਮੇਸ਼ਨ ਐਡਜਸਟਮੈਂਟ ਅਕਾਊਂਟ ਡੈਬਿਟ ਹੋਇਆ, ਤਾਂ ਅਮਲਗਾਮੇਸ਼ਨ ਐਡਜਸਟਮੈਂਟ ਅਕਾਊਂਟ ਹੁਣ ਐਸੈਟ ਸਾਈਡ ਤੇ ਨਹੀਂ ਸ਼ੋ ਹੁੰਦਾ, ਪਹਿਲੇ ਐਸੈਟ ਸਾਈਡ ਤੇ ਸ਼ੋ ਹੁੰਦਾ ਸੀ, ਤਾਂ ਇਹ ਇੱਥੇ ਹੀ ਰਿਜ਼ਰਵ ਐਂਡ ਸਰਪਲਸ ਵਾਲੇ ਹੈਡ ਚ ਹੀ ਵਾਪਸ ਐਡਜਸਟ ਹੋ ਜਾਣਾ, ਯਾਨੀ ਲੈਸ ਹੋ ਜਾਣਾ। ਦੇਖੋ ਹੁਣ ਬੈਲੈਂਸ ਸ਼ੀਟ ਚ ਕੀ ਕੀਤਾ ਹੈ। कैपिटल रिजर्व साडा अपना ही 1 करोड़ सॉरी कैपिटल रिजर्व ਤੁਹਾਡਾ ਇਸ ਐਂਟਰੀ ਚ ਆਇਆ ਸੀਗਾ 32 ਲੱਖ ਦਾ, ਉਹ ਅਲੱਗ ਆ ਗਿਆ। ਜਿਹੜਾ ਜਨਰਲ ਰਿਜ਼ਰਵ ਸਾਡਾ ਆਪਣਾ ਹੀ ਬੈਲੈਂਸ ਸ਼ੀਟ ਦਾ ਏ ਲਿਮਟਿਡ ਦਾ ਆਪਣਾ 1 ਕਰੋੜ 20 ਲੱਖ। ਡਿਵੈਲਪਮੈਂਟ ਰਿਬੇਟ ਰਿਜ਼ਰਵ ਜਿਹੜਾ ਹੈ ਏ ਲਿਮਟਿਡ ਦਾ, ਜਿਹੜਾ ਹੈ ਏ ਲਿਮਟਿਡ ਤੇ ਬੀ ਲਿਮਟਿਡ ਜੋੜ ਕੇ ਬੇਟਾ 47 ਲੱਖ ਬਣਿਆ। ਦੇਖੋ ਬੈਲੈਂਸ ਸ਼ੀਟ ਚੋਂ 10 ਲੱਖ प्लस 37 ਲੱਖ, ठीक है। ਇਹਦੇ ਚੋਂ 37 ਲੱਖ ਅਮਲਗਾਮੇਸ਼ਨ ਐਡਜਸਟਮੈਂਟ ਹੈ, ਉਹ ਵਾਪਸ ਐਡਜਸਟ ਹੋ ਗਿਆ ਜੀ, ਲੈਸ ਹੋ ਗਿਆ, ठीक है। तो फाइनली 10 लाख ही रह गया। इसी तरह वर्कमैन कंपनसेशन फंड दोनों जोड़ के 39 लाख बनेगा, उच्च एडजस्टमेंट वाला फिर लेस हो गया, 15 लाख ही रह गया जी। सरप्लस अकाउंट जिहड़ा है वो 10 लाख साडा अपनी बैलेंस शीट दा ही ए लिमिटेड दी बैलेंस शीट दा वो आ जाएगा। इस तो बाद करंट लायबिलिटीज दोनों दियां ऐड हो जाएंगियां 45 लाख एंड 95 लाख, 1 करोड़ 40 लाख, 1 करोड़ 40 लाख लायबिलिटीज आ गई और बैलेंस शीट ਤੁਹਾਡੀ मैच हो जाएगी। ये बैलेंस शीट मैच नहीं हो रही, इसका मतलब ਤੁਸੀਂ कोई ना कोई वैल्यू गलत ਜਿਹੜੀ ਹੈ ਐਡਲੈਸ ਕਰ ਲਈ ਹੈ। ਤੁਹਾਨੂੰ ਮੈਂ ਸਿੱਧੀ ਗੱਲ ਯਾਦ ਰੱਖਿਓ ਵੀ ਇਹ ਤੇ ਜਿਹੜੇ ਅਕਾਊਂਟ ਡੈਬਿਟ ਕ੍ਰੈਡਿਟ ਹੋ ਕੇ ਖਤਮ ਹੋ ਗਏ, ਠੀਕ ਹੈ, ਬਾਕੀ ਇਹੀ ਅਕਾਊਂਟ ਤੁਹਾਡੇ ਜਿਹੜੇ ਹੈ ਬੈਲੈਂਸ ਸ਼ੀਟ ਦੀਆਂ ਵੈਲਿਊਜ਼ ਦੇ ਵਿੱਚ ਐਡਜਸਟ ਹੋਣੇ ਆ। ਇਹਨਾਂ ਚੋਂ ਕੋਈ ਨਾ ਕੋਈ ਅਗਰ ਛੱਡ ਦੋਗੇ, ਜਿਵੇਂ ਆਪਾਂ ਕੈਪੀਟਲ ਰਿਜ਼ਰਵ ਮੰਨ ਲਓ ਭੁੱਲ ਗਏ ਤਾਂ ਬੈਲੈਂਸ ਸ਼ੀਟ ਟੈਲੀ ਨਹੀਂ ਹੋਏਗੀ, ਤਾਂ ਕੈਪੀਟਲ ਰਿਜ਼ਰਵ ਪਾਣਾ ਪਏਗਾ, ਠੀਕ ਹੈ। ਇਸ ਤਰ੍ਹਾਂ ਇਹ ਸਾਰੇ ਅਕਾਊਂਟ ਜਿਹੜੇ ਆ ਐਡਜਸਟ ਹੋਣਗੇ। हाँ जी बेटा, कोई क्वेरी? नो सर। ओके, थैंक यू। ਰੈਫਰੈਂਸ ਵਾਸਤੇ ਤੁਸੀਂ ਜਿਹੜੀ ਐਡਵਾਂਸ ਅਕਾਊਂਟਿੰਗ ਦੀ ਬੁੱਕ ਐਸਪੀ ਜੈਨ ਐਂਡ ਕੇਐਲ ਨਾਰੰਗ ਦੀ ਜਿਹੜੀ ਹੈ ਤੁਸੀਂ ਉਹ ਬੁੱਕ ਰੈਫਰ ਕਰ ਸਕਦੇ ਹੋ, ਉਸ ਬੁੱਕ ਚੋਂ ਸਾਰਾ ਕੁਝ ਇਹ ਦੇਖ ਸਕਦੇ ਹੋ ਤੁਸੀਂ। ਓਕੇ, ਥੈਂਕ ਯੂ ਆਲ।